मन इको सच्चा हुक्म पछानी। मन की इस पजावन हारा, सदा सदा जाई बलिहारा। सदा सदा तू है सुखदाई, लिव लिव लागा तेरी पाई। सब कुछ तेरे वस, तेरा घर भला, तेरा घर आनंद वधाई। तुद घर मान महत्ता तेज, अपना आप जार। नानक नाम मिले वडियाई, इदों उपर कर्म नहीं। जेकर हुंदे मंगण जाइए, फिर अलांभा मिलै तहीं। बाबा जी अपनी बाणी अंदर किरपा करते हैं। प्रभ मिलने की ये निशानी, प्रभु के मिलन की की निशानी है। प्रभु के मिलन की निशानी है प्रभु का हुक्म मनना, अपने मुरशद का हुक्म मनना, ओदी आग्या विच रहना। ये बाबा जी ने बचन किया, किरपा की है। प्रभ मिलने की ये निशानी, मन इको सच्चा हुक्म पछानी। आपां दुनियावी विच लै लीए ते परमार्थ विच। जे दुनियावी विच परिवार विच जी रहिंदे आ, जे आप तो वड्डे दा हुक्म मनदे आ, प्यार विच थवाक हुंदा है, प्यार हुंदा है। अगला कहंदा भी बड़े सियाणा परिवार है। ते जे वो ना मनण, फिर कलेश बनिया रहिंदा। कलेश इधर बाबा जी कृपा करते हैं। साडे लिए गुरु का की हुक्म है। ये सानू मनुष्य जन्म मिलिया, बड़े भागा करके मिलिया। किसी ने नहीं दस्या भी मैं दोबारे आ गया। एक वेरी आए हैं तो एक वेरी चले जाना। ये बड़े भागा करके मिलिया। जे इस मनुष्य जन्म विच आके बंदा चंगे काम नहीं करता, माड़े काम करता है, ओदी माड़ी सोच है। अंमृत वेले नहीं उठता, नितनेम नहीं करता, चंगे पुरुषों की संगत नहीं करता, ते फिर बाबा जी की वचन करते हैं अपनी बाणी द्वारा। मानस दे पाई वड भागी, बई बड़े भागा करके मानस दे पाई है। मानस दे पाई वड भागी, नाम ना जपिया आत्म घाती। जे नाम नहीं ना जपदा, अपने आप का घात करके दुनिया तो चलिया जाता है। जे चंगे काम नहीं करता, इसलिए बाबा जी ने कृपा की है। असी इस दुनिया ते आए हैं चंगे पुरुषों की संगत करनी है। अंमृत वेले उठना, नितनेम करना,
ਇਹ ਕੌਣ ਸਮੱਤ ਦਿੰਦੇ ਸੀ, ਜਿਨ੍ਹਾਂ ਦਾ ਅਸੀਂ ਅੱਜ ਦਿਨ ਮਨਾ ਰਹੇ ਹਾਂ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ। ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਏਡੀ ਮਹਾਨ ਕਿਰਪਾ ਕੀਤੀ। 13 ਸਾਲ ਸੇਵਾ ਕੀਤੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ। ਅਸੀਂ ਕਹਿ ਤਾਂ ਦਿੰਨੇ ਆ 13 ਸਾਲ, ਸਾਨੂੰ ਕੀ ਪਤਾ ਕਿੰਨੇ ਜਨਮਾਂ ਤੋਂ ਸੇਵਾ ਚੱਲ ਰਹੀ ਹੈ। ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ। ਅਸੀਂ ਕੀ ਜਾਣ ਸਕਦੇ ਹਾਂ ਇਸ ਚੀਜ਼ ਨੂੰ, ਪਰ ਨਾਲ ਬਾਬਾ ਜੀ ਨੇ 20 ਸਾਲ ਪ੍ਰਚਾਰ ਵੀ ਕੀਤਾ, ਦੁਨੀਆ 'ਚ ਉਪਦੇਸ਼ ਕੀਤਾ, ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ। 7.5 ਲੱਖ ਬੰਦੇ ਨੂੰ ਅਸੀਂ ਕਹਿ ਦਿੰਦੇ ਆ, ਪਰ ਨਹੀਂ, ਪਤਾ ਹੀ ਨਹੀਂ ਕਿੰਨੇ ਲੱਖਾਂ ਨੂੰ ਅੰਮ੍ਰਿਤ ਛਕਾ ਦਿੱਤਾ। ਉਹ ਕਿਹਦਾ ਕੰਮ ਸੀ? ਉਹ ਕਲਗੀਆਂ ਵਾਲੇ ਗੁਰੂ ਦਾ ਕੰਮ ਸੀ। ਸੰਤ ਗੋਬਿੰਦ ਕਾ ਇੱਕੋ ਕਾਮ, ਸੋਈ ਸੰਤ ਜੋ ਭਾਵੈ ਰਾਮ। ਬਾਬਾ ਜੀ ਦਾ ਤੇ ਕਲਗੀਆਂ ਵਾਲੇ ਗੁਰੂ ਦਾ ਉਹੀ ਮਾਰਗ ਸੀ। ਕਿਉਂ ਨਾ ਹੋਵੇ? ਜੋ ਗੁਰੂ ਨਾਨਕ ਨੇ ਕਿਰਪਾ ਕੀਤੀ ਸੀ ਬਈ ਅਸੀਂ 84 ਜਾਮੇ ਪਹਿਰਾਂਗੇ, 10 ਪ੍ਰਗਟ, 74 ਜਾਮੇ ਸੰਤਾਂ ਦੇ ਰੂਪ ਚ ਆਵਾਂਗੇ। ਉਹ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਦਰਗਾਹੀ ਮਹਾਂਪੁਰਸ਼, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਰਿਝਾਇਆ, ਇਹ ਉਹਨਾਂ ਨੇ ਇਹ ਸੇਵਾ ਏਡੀ ਮਹਾਨ ਕੀਤੀ। ਅੱਜ ਤਾਂ ਦੁਨੀਆ ਤੇ ਬਾਬਾ ਜੀ ਦੀ ਜੈ ਜੈਕਾਰ ਹੋ ਰਹੀ ਹੈ, ਜੈ ਜੈਕਾਰ। ਕਿਉਂ ਨਾ ਹੋਵੇ? ਜਿਨ ਸਤਿਗੁਰ ਹਰ ਪੂਜਿਆ, ਤਿਨ ਹਰ ਪੂਜ ਕਰਾਵੈ। ਜਿਹਨੇ ਸਤਿਗੁਰੂ ਦਾ ਕੰਮ ਕੀਤਾ ਹੈ, ਕਲਗੀਆਂ ਵਾਲੇ ਦਾ ਕੰਮ ਕੀਤਾ ਹੈ, ਤੇ ਉਹਨਾਂ ਦੀ ਪੂਜਾ ਵੀ ਤਾਂ ਹੋਣੀ ਹੋਣੀ ਹੈ। ਉਹਨੂੰ ਕੌਣ ਰੋਕ ਸਕਦਾ ਹੈ? ਕੋਈ ਨਹੀਂ ਰੋਕ ਸਕਦਾ। ਬਾਬਾ ਜੀ ਨੇ ਆਪਣੀ ਮੌਜੂਦਗੀ ਵਿੱਚ ਸਨ 50 ਵਿੱਚ ਸਰੋਵਰ ਬਣਾਇਆ, 51-52 ਵਿੱਚ ਆਹ 5 ਮੰਜ਼ਲਾ ਸਥਾਨ ਗੁਰੂ ਘਰ ਨਾਨਕਸਰ ਬਣਾਇਆ। ਸੋਹਣੇ ਸਿਉਨੇ ਦੇ ਕਲਸ਼ ਲਵਾਏ, ਗੁੰਮਜ ਬਾਬਾ ਜੀ ਨੇ ਲਵਾਏ। ਇਹ ਬਾਬਾ ਜੀ ਦੀ ਕਿਰਪਾ ਸੀ। ਕਿੰਨਾ ਪਰਿਵਾਰ, ਕਿੰਨੇ ਬਾਬਾ ਜੀ ਦੇ ਪਿਆਰੇ ਬਿਹੰਗਮ, ਕਿੰਨੇ ਉਹਨਾਂ ਦੇ ਸੇਵਾਦਾਰ। ਬਾਬਾ ਜੀ ਕਿਰਪਾ ਕਰਦੇ ਸੀ, ਭਾਈ ਜਿਹੜਾ ਇੱਥੇ ਰਹਿਣ ਵਾਲਾ ਬਿਹੰਗਮ ਹੈ, ਸਾਡੇ ਹੁਕਮ ਵਿੱਚ ਹੈ, ਉਹਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਉਹਦੀ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਤਪੱਸਿਆ ਹੁੰਦੀ ਹੈ। ਇਸ ਤਰ੍ਹਾਂ ਬਾਬਾ ਜੀ ਕਿਰਪਾ ਕਰਦੇ ਸੀ। ਘਰ-ਬਾਰ ਛੱਡ ਕੇ ਰਹਿਣਾ, ਨਿਰਸਤ ਸੇਵਾ ਕਰਨੀ।
ਬਾਬਾ ਜੀ ਕਿਰਪਾ ਕਰਦੇ ਸੀ। ਜਦੋਂ ਬਾਬਾ ਜੀ ਦੇ ਚਰਨਾਂ ਵਿੱਚ ਆਉਣਾ, ਫਿਰ ਜਿਹੜੀਆਂ ਵਾਸਨਾ ਉਹ ਛੱਡ ਕੇ ਆਉਣੀਆਂ ਪੈਂਦੀਆਂ। ਜੇ ਵਾਸਨਾ ਸਾਰੀਆਂ ਹੀ ਆਈ ਗਈਆਂ ਤਾਂ ਫਿਰ ਬਾਬਾ ਜੀ ਕਹਿੰਦੇ ਸੀ, ਭਾਈ ਉਹ ਦਾਤ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂ ਬਾਬਾ ਜੀ ਦਾ ਦੁਨੀਆ ਵਿੱਚ ਨਾਂ ਹੈ? ਉਹ ਕਿਹੜਾ ਗੁਣ ਸੀ ਬਾਬਾ ਜੀ ਦੇ ਵਿੱਚ? ਸੀਤਾ ਬਾਬਾ ਜੀ ਦਰਗਾਹੀ, ਪਰ ਬਾਬਾ ਜੀ ਕਹਿੰਦੇ ਸੀ ਜੀਵਨ ਹੈ, ਜੀਵਨ ਵੱਡੀ ਚੀਜ਼। ਜੇ ਜੀਵਨ ਨਹੀਂ ਬਣਿਆ, ਸਾਰੀ ਉਮਰ ਪੁੱਠਾ ਲਟਕ ਲੈ, ਪੁੱਠਾ ਕੱਖ ਵੀ ਨਹੀਂ ਬਣਿਆ। ਰੋਟੀਆਂ ਮਿਲ ਜਾਣਗੀਆਂ ਖਾਣ ਨੂੰ, ਲੀੜੇ ਵੀ ਪਾਉਣ ਨੂੰ ਮਿਲ ਜਾਣਗੇ, ਪਰ ਜੇ ਮਾਲਕ ਦੀ ਦਾਤ ਚਾਹੁੰਦੇ ਆ ਫਿਰ ਜੀਵਨ ਹੋਣਾ ਜ਼ਰੂਰੀ ਆ। ਇਹ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਬਚਨ ਸੀ। ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਇੱਥੇ ਸਟੇਜ ਤੇ ਕਿਰਪਾ ਕਰਦੇ ਸੀ। ਸਟੇਜ ਤੇ ਜਿਹੜੀ ਇੱਥੇ ਮੱਤ ਮਰਜ਼ਾਦਾ ਹੈ, ਜੋ ਨਾਨਕਸਰ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ, ਉਹ ਕਿਹਦਾ ਚਲਾਇਆ ਹੋਇਆ? ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ। ਹੋਰ ਕਿਸੇ ਬੰਦੇ ਦਾ ਨਹੀਂ ਚਲਾਇਆ ਹੋਇਆ, ਕੋਈ ਬਾਹਰੋਂ ਆ ਕੇ ਨਹੀਂ ਕਿਸੇ ਦਾ ਚਲਾਇਆ ਹੋਇਆ। ਇਹ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ ਚਲਾਇਆ ਹੋਇਆ ਹੈ ਤੇ ਚੱਲ ਰਿਹਾ। ਕਿੰਨੇ ਸਾਲ ਹੋ ਗਏ? 43 ਤੋਂ 63 ਤੱਕ 20 ਸਾਲ ਬਾਬਾ ਜੀ ਨੇ ਪ੍ਰਚਾਰ ਕੀਤਾ। 63 ਚ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਚੋਲਾ ਬਦਲਿਆ। ਅੱਜ ਦੇਖ ਲਓ ਕਿੰਨਾ ਹੋ ਗਿਆ, 2021 ਹੋ ਗਿਆ। ਕਿੰਨੇ ਸਾਲ ਹੋ ਗਏ? ਉਹਨਾਂ ਦਾ ਘਰ ਦਾ ਕੰਮ ਨਾਨਕਸਰ ਦਾ ਦੂਣ ਸਵਾਇਆ ਚੱਲ ਰਿਹਾ। ਜਦੋਂ ਬਾਬਾ ਜੀ ਨੇ ਚੋਲਾ ਬਦਲਿਆ ਸੀ, ਕਈ ਨਿੰਦਕ ਕੀ ਕਹਿੰਦੇ ਸੀ? ਬਸ ਰੱਸਾ ਚੱਕਿਆ ਗਿਆ, ਲੀਕ ਮਿਟ ਜਾਣੀ ਹੈ। ਰੱਸਾ ਚੱਕਿਆ ਗਿਆ, ਲੀਕ ਮਿਟ ਜਾਣੀ ਹੈ। ਮਿਟਾ ਲਈ ਲੀਕ। ਕੋਈ ਜੰਮਿਆ ਮਿਟਾਉਣ ਵਾਲਾ? ਜਿਹੜੇ ਮਿਟਾਉਣ ਦਾ ਫੁਰਨਾ ਵੀ ਕਰਨਗੇ, ਬਾਬਾ ਜੀ ਨੇ ਨਹੀਂ ਬਖਸ਼ਣਾ ਕਿਸੇ ਨੂੰ। ਬਾਬਾ ਜੀ ਕਿਸੇ ਨੂੰ ਨਹੀਂ ਬਖਸ਼ਣਗੇ। ਇਹ ਦਰਗਾਹੀ ਮਰਜ਼ਾਦਾ ਹੈ ਬਾਬਾ ਜੀ ਦੀ ਚਲਾਈ ਹੋਈ, ਕੋਈ ਅਵੇ ਤਵੇ ਦੀ ਨਹੀਂ ਚਲਾਈ ਹੋਈ। ਅਸੀਂ ਤਾਂ ਇਸ ਦਰ ਦੇ ਕੂਕਰ ਹਾਂ, ਸੇਵਾਦਾਰ ਹਾਂ। ਇੱਥੋਂ ਦਾ ਪ੍ਰਸ਼ਾਦਾ ਛਕਦੇ ਹਾਂ ਤੇ ਬਾਬਾ ਜੀ ਦੇ ਚਰਨਾਂ ਵਿੱਚ ਜਦੋਂ ਤੋਂ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਸੱਦੇ ਆ, ਸੰਨ 63 ਤੋਂ ਤੇ 64 ਵਿੱਚ ਆਪਣੇ ਚਰਨਾਂ ਵਿੱਚ ਬੁਲਾ ਲਿਆ। ਕੋਈ ਕਹੇ ਅੱਜ ਤਿੱਕਰ ਕਿਸੇ ਮਾਂ ਨੂੰ, ਕਿਸੇ ਭੈਣ ਨੂੰ ਆਪਣੀ ਗੱਡੀ ਵਿੱਚ ਬਹਾਇਆ ਹੋਵੇ, ਕਿਸੇ ਨਾਲ ਇਕੱਲਿਆਂ ਗੱਲ ਕੀਤੀ ਹੋਵੇ, ਕੋਈ ਮੇਰਾ ਸੇਵਾਦਾਰ ਕਹਿ ਦੇਵੇ ਹੱਥ ਖੜਾ ਕਰਕੇ, ਇਹ ਸਿੱਖਿਆ ਕਿਹਦੀ ਹੈ? ਇਹ ਧੰਨ ਧੰਨ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਦੀ ਸਿੱਖਿਆ ਹੈ। ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਸੜ ਆਸ,
ਉਹ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਕੀ ਉੱਚਾ ਬੋਲਣ ਨੂੰ ਹੰਕਾਰ ਕਹਿੰਦੇ ਆ? ਨਹੀਂ ਨਹੀਂ, ਬਾਬਾ ਜੀ ਕਹਿੰਦੇ ਸੀ ਇਹ ਨਹੀਂ ਗੱਲ। ਜਿਹੜਾ ਘਰ ਦਾ ਕੁੱਤਾ ਹੁੰਦਾ ਨਾ, ਉਹ ਬਦਨ ਪਛਾੜ ਕੇ ਭੌਂਕਦਾ, ਬਦਨ ਪਛਾੜ ਕੇ। ਹਉ ਕੂਕਰ ਤੇਰੇ ਦਰਬਾਰ, ਭੌਂਕਾਂ ਅੱਗੇ ਬਦਨ ਪਸਾਰ। ਕੀ ਇਹ ਨਾ ਸਹੀ ਕਹੀਏ ਕੋਈ ਬਚਨ? ਕਹਿਣਾ ਪੈਂਦਾ ਹੈ, ਕਹਿਣਾ ਪੈਂਦਾ ਹੈ। ਨਹੀਂ, ਮੈਨੂੰ ਕਹਿੰਦੇ ਆਸਣ ਲਾਉਂਦਾ ਹੈ, ਆਸਣ। ਇਹ ਮੇਰਾ ਨਹੀਂ ਲਾਇਆ ਵਾ, ਮੇਰੇ ਮਾਲਕ ਦਾ ਲਵਾਇਆ ਵਾ, ਬਾਬਾ ਨਰਾਇਣ ਸਿੰਘ ਜੀ ਦਾ। ਕੋਈ ਗੱਲ ਕੱਢ ਕੇ ਵਿਖਾਵੇ। ਆ ਸਿਮਰਨ ਹੈ, ਜਿਹਦੀ ਮਰਜ਼ੀ ਪਤਾ ਕਰ ਲਵੇ। ਜਦੋਂ ਤੋਂ ਬਾਬਾ ਜੀ ਨੇ ਫੜਾਇਆ ਸਨ 98 ਤੋਂ, ਕਿਸੇ ਮਾਇਆ ਨੂੰ ਹੱਥ ਲਾਇਆ ਹੋਵੇ, ਕਿਸੇ ਤੋਂ ਮਾਇਆ ਫੜੀ ਹੋਵੇ, ਕਿਸੇ ਤੋਂ ਮਾਇਆ ਮੰਗੀ ਹੋਵੇ, ਬਾਬਾ ਜੀ ਦਾ ਬਚਨ ਸੀ, ਜੇ ਮੇਰਾ ਕੋਈ ਸੇਵਕ ਆ ਗੋਲ ਪੱਗ ਬੰਨ੍ਹ ਕੇ ਹੱਥ ਅੜਦਾ ਨਾ, ਹੱਥ ਉਹਦਾ ਗੁੱਟ ਵੱਢ ਦਿਓ, ਗੁੱਟ। ਇੱਥੇ ਸਟੇਜ ਤੇ ਨਿੰਦਿਆ ਕੀਤੀ ਗਈ, ਬਈ ਘਾਲਾ ਪੈਸੇ ਮੰਗਦਾ, ਇੱਥੇ ਪੈਸੇ ਮੰਗਦੇ ਆ। ਆ ਸੇਵਾ ਸ਼ੁਰੂ ਕੀਤੀ ਆ, ਸਿਉਨੇ ਦੀ ਸੇਵਾ, ਮਹਾਂਪੁਰਸ਼ਾਂ ਦੀ ਮੌਜੂਦਗੀ ਵਿੱਚ। ਬਾਬਾ ਕੁੰਦਨ ਸਿੰਘ, ਬਾਬਾ ਸਾਧੂ ਸਿੰਘ, ਮਹਾਂਪੁਰਸ਼ਾਂ ਦੀ। ਉਸ ਟਾਈਮ 500 ਬੰਦਾ ਇਕੱਠਾ ਕਰਕੇ, ਉਹਨਾਂ ਤੋਂ ਆਗਿਆ ਲੈ ਕੇ, ਇੱਥੇ ਸਟੇਜ ਤੇ ਬੋਲ ਕੇ ਬਈ ਸਾਹਮਣੇ ਹੀ ਚੜਾਉਣੀ ਹੈ, ਤੇ ਸਾਹਮਣੇ ਹੀ ਭਾਈ ਇਹ ਸੇਵਾ ਚੱਲਣੀ ਹੈ। ਜੇ ਕੋਈ ਚੂਨ ਭੂਨ, ਕਈ ਤਾਂ ਭਾਈ ਗੁੱਟੀਆਂ ਫੜਨ ਵਾਲੇ ਹੁੰਦੇ ਆ, ਠੱਗੀਆਂ ਮਾਰਨ ਵਾਲੇ, ਉਹ ਤਾਂ ਵੱਜਦੀਆਂ ਨਹੀਂ। ਅਸੀਂ ਤਾਂ ਗਰੀਬ ਗੁਰਬਿਆਂ ਵਾਸਤੇ ਉਹਨਾਂ ਦੀ ਸੇਵਾ ਖੋਲ੍ਹੀ ਹੋਈ ਹੈ, ਕੋਈ ਕਰੀ ਜਾਵੇ, ਅਸੀਂ ਨਹੀਂ ਕਿਸੇ ਨੂੰ ਰੋਕਦੇ। ਜੇ ਕੋਈ ਮਨ ਵਿੱਚ ਵਿਚਾਰ ਆ ਜੇ, ਮੇਰੇ ਨਾਲ ਵਿਚਾਰ ਕਰ ਸਕਦਾ, ਮੈਂ ਕਰਨ ਨੂੰ ਤਿਆਰ ਹਾਂ। ਇਹ ਸਾਡਾ ਆਪਣਾ ਪਰਿਵਾਰ ਹੈ, ਇੱਥੇ ਰਹਿਣ ਵਾਲਾ। ਪਰ ਜੇ ਕੋਈ ਬਾਹਰੋਂ ਆ ਕੇ ਕਹੇ ਮੈਂ ਇੱਥੇ ਆ ਕੁਛ ਬੋਲੂੰਗਾ, ਮੈਂ ਤਾਂ ਬਰਦਾਸ਼ਤ ਕਰ ਲੂੰ, ਮੇਰੇ ਮਾਲਕ ਨੇ ਬਰਦਾਸ਼ਤ ਨਹੀਂ ਕਰਨਾ। ਇਹ ਅਸੀਂ ਤਾਂ ਕਰ ਲਾਂਗੇ, ਸਾਨੂੰ ਹੁਕਮ ਹੈ ਬਈ ਨਹੀਂ ਬੋਲਣਾ, ਪਰ ਮੇਰੇ ਮਾਲਕ ਨੇ ਨਹੀਂ ਕਰਨਾ, ਬਾਬਾ ਨਰਾਇਣ ਸਿੰਘ ਜੀ ਨੇ। ਉਹ ਏਡੇ ਵੱਡੇ ਬੇਅੰਤ ਹੈ। ਇੱਥੇ ਬਾਬਾ ਜੀ ਨੇ ਡਿਊਟੀਆਂ ਲਾਈਆਂ ਸੀ ਆਪਣੇ ਪੁੱਤਰਾਂ ਦੀਆਂ, ਤੂੰ ਆਹ ਡਿਊਟੀ ਕਰਨੀ ਹੈ, ਤੂੰ ਆਹ ਡਿਊਟੀ ਕਰਨੀ ਹੈ, ਤੂੰ ਆਹ ਡਿਊਟੀ ਕਰਨੀ ਹੈ। ਉਹ ਵੀ ਮਹਾਂਪੁਰਸ਼ ਦਰਗਾਹੀ ਸੀ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਸੇਵਾਦਾਰ, ਬਾਬਾ ਨਰਾਇਣ ਸਿੰਘ ਜੀ, ਬਾਬਾ ਸਾਧੂ ਸਿੰਘ ਜੀ, ਬਾਬਾ ਕੁੰਦਨ ਸਿੰਘ ਜੀ ਆਪਣੀਆਂ ਜਾਨਾਂ, ਆਪਣੀ ਸਾਰੀ ਜ਼ਿੰਦਗੀ ਲਾ ਗਏ। ਜ਼ਿੰਦਗੀ ਕਿਸੇ ਨੇ ਕੋਈ ਮਰਜ਼ਾਦਾ ਤੋਂ ਟਸ ਤੋਂ ਮਸ ਕੀਤਾ, ਉਹਨਾਂ ਵੇਲੇ ਕੋਈ ਇਹੋ ਜਿਹੀਆਂ ਗੱਲਾਂ ਹੋਈਆਂ, ਜੇ ਉਹਨਾਂ ਵੇਲੇ ਹੋਈਆਂ ਮੈਨੂੰ ਦੱਸ ਦਿਓ। ਤੇ ਅੱਜ ਕਹਿੰਦੇ ਆ ਘਾਲਾ ਕੇ ਨਿੰਦਿਆ ਕਰਦਾ ਧੰਨ ਗੁਰੂ ਨਾਨਕ ਦੀ। ਮੈਂ ਨਹੀਂ ਕਰਦਾ, ਮੇਰੀ ਜ਼ੁਬਾਨ ਨਾ ਸੜ ਜੂ ਉਹਦੇ।
ਜਿੱਦੇ ਮੈਂ ਨਿੰਦਿਆ ਕਰੂੰ ਅਸੀਂ ਤਾਂ ਸਵਾਸ ਨਾ ਲੈਨੇ ਆ। ਗੱਲ ਨੂੰ ਰੰਗ ਤਾਂ ਹੋਰ ਚਾੜੀ ਜਾਂਦੀ ਸੀ, ਪਰ ਨਹੀਂ, ਇੰਨਾ ਕਿ ਮੈਨੂੰ ਕਹਿਣਾ ਪੈਣਾ ਸੀ, ਇਹ ਸਾਡਾ ਆਪਣਾ ਘਰ ਵਾ, ਅਸੀਂ ਇੱਥੇ ਸੱਚਾਈ ਬੋਲਣਾ, ਝੂਠ ਨਹੀਂ ਬੋਲਣਾ। ਬਾਬਾ ਜੀ ਇੱਕ ਹੋਰ ਵਚਨ ਕਰਦੇ ਸੀ ਬਈ ਜਿਹੜਾ ਬੰਦਾ ਐਸ ਸਟੇਜ ਤੇ ਬੈਠ ਕੇ ਝੂਠ ਬੋਲਦਾ ਨਾ, ਸੰਗਤਾਂ ਨੇ ਬਥੇਰਿਆਂ ਨੇ ਸੁਣਿਆ ਹੋਵੇਗਾ ਇਹ ਬਚਨ, ਜਿਹੜਾ ਬੰਦਾ ਐਸ ਸਟੇਜ ਤੇ ਬੈਠ ਕੇ ਝੂਠ ਬੋਲਦਾ ਉਹ ਕੋਈ ਮੈਲੀ ਸ਼ੈ ਖਾ ਰਿਹਾ। ਜਿਵੇਂ ਮਾਈਆਂ ਤਾਂ ਪੋਤੜਿਆਂ ਨਾਲ ਸਾਫ਼ ਕਰਦੀਆਂ ਬੱਚਿਆਂ ਦੀ ਮੈਲ, ਉਹ ਨਿੰਦਕ ਆਪਣੀ ਜ਼ੁਬਾਨ ਨਾਲ ਕਰਦਾ ਹੈ। ਇਹ ਬਾਬਾ ਜੀ ਦਾ ਵਚਨ ਹੈ, ਮੇਰਾ ਨਹੀਂ, ਤੇ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ ਵੀ ਹੈ। ਬਾਬਾ ਨਰਾਇਣ ਸਿੰਘ ਜੀ ਇੱਥੇ ਦੱਸਦੇ ਰਹੇ ਆ। ਤੇ ਜੇ ਸੱਚ ਬੋਲਦਾ ਫਿਰ ਬਾਬਾ ਜੀ ਕਹਿੰਦੇ ਸੀ ਦੁੱਧ ਪੀ ਰਿਹਾ, ਦੁੱਧ ਨਾ ਬਈ, ਕਿਸੇ ਨੂੰ ਨਾ ਪਰਖੋ ਤੁਹਾਡੇ 2.5 ਸਾਹ, ਇਹ ਤਾਂ ਨੱਥ ਖਸਮ ਹੱਥ ਹੈ, ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ। ਗੁਰੂ ਨਾਨਕ ਸਾਹਿਬ ਕਿਤੇ ਜਾ ਰਹੇ ਆ ਤੇ ਗੁਰੂ ਸਾਹਿਬ ਨੇ ਪੁੱਛਿਆ, ਬਾਲਿਆ ਮੌਤ ਨੂੰ ਕਿੰਨਾ ਕੁ ਨੇੜੇ ਵੇਖਦਾ? ਕਹਿਣ ਲੱਗੇ ਮਹਾਰਾਜ ਦਿਹਾੜੀ ਲੰਘੇ ਕਿ ਨਾ ਲੰਘੇ। ਮਰਦਾਨੇ ਨੇ ਫਿਰ ਬਾਲੇ ਨੂੰ ਪੁੱਛਿਆ, ਉਹ ਕਹਿੰਦੇ ਮਹਾਰਾਜ ਕੀ ਪਤਾ 2 ਕਰਮਾਂ ਪੱਟੀਆਂ ਜਾਣ ਕਿ ਨਾ। ਗੁਰੂ ਸਾਹਿਬ ਕਹਿੰਦੇ ਇਹ ਵੀ ਦੂਰ ਹੈ, ਫਿਰ ਮਹਾਰਾਜ ਆਪ ਕਿਰਪਾ ਕਰ ਦਿਓ। ਗੁਰੂ ਸਾਹਿਬ ਕਹਿਣ ਲੱਗੇ ਜਿਹੜਾ ਅੰਦਰੋਂ ਸਵਾਸ ਬਾਹਰ ਨਿਕਲਦਾ ਕੀ ਪਤਾ ਦੁਬਾਰੇ ਅੰਦਰ ਜਾਵੇ ਕਿ ਨਾ ਜਾਵੇ, ਇੰਨਾ ਨੇੜੇ ਵੇਖਦੇ ਆ। ਬਾਬਾ ਜੀ ਦਾ ਇਹ ਬਚਨ ਹੈ ਭਾਈ, ਸਾਡੇ ਬਾਬਾ ਜੀ ਸੀ ਜੀਵਨ ਵਾਲੇ ਮਹਾਪੁਰਸ਼, ਤੇ ਬਾਬਾ ਜੀ ਦਾ ਤਾਜ ਜੈ ਜੈਕਾਰ ਹੁੰਦੀ ਹੈ। ਦੁਨੀਆ ਤੇ ਸਾਰੇ ਮਹਾਪੁਰਸ਼ ਚੰਗੇ, ਸਭ ਤੇ ਹੈ ਕਿਰਪਾ ਤੇਰੀ, ਕਿਸੇ ਥੋੜੀ ਕਿਸੇ ਘਨੇਰੀ। ਜਿਹਨੂੰ ਵੇਖਿਆ ਨਾ ਹੋਵੇ ਉਹਨੂੰ ਕੁਛ ਕਹਿਣਾ ਵੀ ਨਹੀਂ ਚਾਹੀਦਾ, ਪਰ ਜਿਹਨੂੰ ਵੇਖਿਆ ਹੋਵੇ ਉਹਦਾ ਹੋਕਾ ਦੇਣਾ ਵੀ ਚਾਹੀਦਾ। ਕਈ ਕਹਿ ਦੇਣਗੇ ਨਾਨਕਸਰ ਵਾਲੇ ਤਾਂ ਆਪਦੀ ਖਾਰੀ ਦਾ ਹੋਕਾ ਦਿੰਦੇ ਆ, ਬਈ ਜਿਹੜੀ ਖਾਰੀ 'ਚ ਪਤਾ ਹੋਵੇ ਕੁਛ ਹੈਗਾ ਉਹਦਾ ਹੀ ਹੋਕਾ ਦੇਣਾ ਪੈਂਦਾ। ਕੀ ਪਤਾ ਦੂਜੇ ਦੀ ਖਾਰੀ 'ਚ ਕੀ ਹੈ, ਐਵੇਂ ਝੂਠਾ ਹੋਕਾ ਦੇ ਦਈਏ ਨਾ ਬਈ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ 13 ਸਾਲ ਬਾਬਾ ਜੀ ਦੀ ਸੇਵਾ ਕੀਤੀ, 20 ਸਾਲ ਬਾਬਾ ਜੀ ਨੇ ਸੰਗਤਾਂ ਵਿੱਚ ਉਪਦੇਸ਼ ਦਿੱਤਾ, ਖੰਡੇ ਬਾਟੇ ਦਾ ਲੱਖਾਂ ਦੁਨੀਆ ਨੂੰ 7.5 ਲੱਖ ਨੂੰ ਅੰਮ੍ਰਿਤ ਛਕਾਇਆ। ਅੱਜ ਉਹਨਾਂ ਬਾਬਾ ਜੀ ਦੀ, ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ, ਜੈ ਜੈਕਾਰ। ਦੇਖੋ ਕਿੰਨੇ ਪਾਠ ਚੱਲ ਰਹੇ ਆ। ਇਹ ਜਿਹੜੇ ਪਾਠੀ ਹੈ ਇਹਨਾਂ ਨੂੰ ਕੋਈ ਪੈਸੇ ਨਹੀਂ ਦਿੱਤੇ ਜਾਂਦੇ। ਜਿਹੜੇ ਆ ਹੁਣ ਪਾਠ ਚੱਲ ਰਹੇ ਆ ਇੱਥੇ, ਨਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਵਰਸੀ ਵੇਲੇ, ਨਾ ਬਾਬਾ ਈਸਰ ਸਿੰਘ ਜੀ ਮਹਾਰਾਜ ਦੀ ਵਰਸੀ ਵੇਲੇ, ਤੇ ਭਾਈ ਇਹ ਨਿਰਸਤ ਸੇਵਾ ਸੰਗਤਾਂ ਦੀ। ਬਸਤਰ ਜਿਹੇ ਜੇ ਵੀ ਕੋਈ ਲਿਆਵੇ ਵਧੀਆ ਤੋਂ ਵਧੀਆ ਉਹ ਦਿੱਤੇ ਜਾਂਦੇ ਆ, ਕੰਬਲ ਵੀ ਦਿੱਤੇ ਜਾਂਦੇ ਆ, ਭੂਰੀਆਂ ਵੀ ਦਿੱਤੀਆਂ ਜਾਂਦੀਆਂ, ਵਰਦੀਆਂ ਵੀ ਦਿੱਤੀਆਂ ਜਾਂਦੀਆਂ। ਬਾਬਾ ਜੀ ਕਹਿੰਦੇ ਸੀ ਭਾਈ ਤਿਆਰ ਬਰਤਿਆਰ ਵਰਦੀਆਂ ਪਾਠੀ ਸਿੰਘਾਂ ਨੂੰ ਲਿਆਓ ਬਣਾਉਣੀਆਂ, ਜਿਵੇਂ 2 ਕਛਹਿਰੇ, 1 ਚੋਲਾ, 1 ਦਸਤਾਰ ਤੇ 1 ਪਰਨਾ। ਇਹ 5 ਵਸਤਰ ਇੱਕ ਪਾਠੀ ਸਿੰਘ ਨੂੰ ਮਿਲਦੇ ਆ।
ਤੇ ਅੱਜ 215 ਖੰਡ ਪਾਠ ਚੱਲ ਰਹੇ ਆ। 215 ਜਿਨ੍ਹਾਂ ਦੇ ਕੱਲ ਨੂੰ ਭੋਗ ਪਾਏ ਜਾਣਗੇ ਸ਼ਾਮ ਦੇ ਟਾਈਮ, ਤੇ ਸਵੇਰ ਵੇਲੇ 10:30 ਵਜੇ ਨਗਰ ਕੀਰਤਨ ਦੀ ਇੱਥੋਂ ਸ਼ੁਰੂਆਤ ਹੋਵੇਗੀ ਤੇ ਸਰੋਵਰ ਦੇ ਦਾਲੇ ਦੀ ਗੁਰੂ ਸਾਹਿਬ ਦਰਸ਼ਨ ਦੇਣਗੇ। ਤੇ ਇਸ ਤਰ੍ਹਾਂ ਭਾਈ ਇਹ ਵਰਸੀ ਹੈ ਜਿਹੜੀ ਬਾਬਾ ਈਸਰ ਸਿੰਘ ਜੀ ਮਹਾਰਾਜ ਦੀ, ਇਹ ਤੇ ਸ਼ਾਮ ਨੂੰ ਭੋਗ ਪੈਂਦੇ ਆ। ਤੇ ਬਾਬਾ ਜੀ ਨੇ ਸਮਾਂ ਵੀ ਬੜਾ ਸੁਹਾਵਣਾ ਬਖਸ਼ਿਆ, ਨਾ ਕੋਈ ਠੰਡ ਨਾ ਕੋਈ ਗਰਮੀ, ਸ਼ਾਂਤੀਪੂਰਵਕ ਸਮਾਂ ਇਹ ਬਾਬਾ ਜੀ ਦੀ ਬਖਸ਼ਿਸ਼ ਹੈ। ਜਿਵੇਂ ਉੱਧਰ ਜਦੋਂ ਜਨਮ ਦਿਹਾੜਾ ਹੁੰਦਾ ਹੈ 13 ਮੰਜ਼ਲੇ ਸਥਾਨ 'ਤੇ, ਉੱਥੇ ਵੀ ਇਹੋ ਜਿਹਾ ਹੀ ਮੌਸਮ ਹੁੰਦਾ ਹੈ। ਮਾਰਚ ਦਾ ਮਹੀਨਾ ਹੁੰਦਾ ਹੈ, ਬੜਾ ਲੱਖਾਂ ਦੁਨੀਆ ਦਾ ਉੱਥੇ ਇਕੱਠ ਹੁੰਦਾ ਹੈ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਜਿਵੇਂ ਇੱਧਰ ਬਾਬਾ ਈਸਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਸ਼ੇਰਪੁਰੇ ਮਨਾਇਆ ਜਾਂਦਾ ਹੈ। ਪਰ ਉਹ ਆਪਣੇ ਉਹ ਭਾਈ ਬਾਹਲਾ ਚੰਗਾ ਨਹੀਂ ਵਰਤਾਅ ਕਰਦੇ ਸੀ, ਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਉਹਨਾਂ ਨੇ ਲੁਧਿਆਣੇ ਸ਼ੁਰੂ ਕਰਤਾ। ਤੇ ਇੱਧਰ ਆਪਾਂ ਦਿੱਲੀ ਗੁਲਾਬੀ ਬਾਗ, ਉੱਥੇ ਕੋਤਰ ਸੌ ਪਾਠ ਹੁੰਦੇ ਆ, ਤੁਕ ਤੁਕ ਵਾਲੇ ਸੰਪਟ ਪਾਠ ਹੁੰਦੇ ਆ, ਤੇ ਉਹ ਭਾਈ ਉੱਥੇ ਸ਼ੁਰੂ ਕੀਤਾ ਹੋਇਆ ਪ੍ਰੋਗਰਾਮ। ਨਗਰ ਕੀਰਤਨ ਵੀ ਉੱਥੇ ਨਿਕਲਣਾ। ਇਹ ਜਿਹੜੀ ਕਿਰਪਾ ਹੈ, ਨਾਮ ਜਪਣ ਦੀਆਂ ਜੁਗਤੀਆਂ ਮੁਕਤੀਆਂ ਮਹਾਂਪੁਰਸ਼ ਇਹ ਦੱਸਦੇ ਆ, ਇਹ ਸਾਡੇ ਜੀਵਾਂ ਦੇ ਭਲੇ ਵਾਸਤੇ ਇਹ ਕਿਰਪਾ ਕਰਦੇ ਆ। ਬਾਬਾ ਜੀ ਕਿਰਪਾ ਕਰਦੇ ਸੀ ਭਾਈ। ਇਹ ਦਰ, ਇਹ ਸਕੂਲ, ਇਹ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਹੈ। ਇੱਥੇ ਜਿੰਨਾ ਕੋਈ ਪਿਆਰ ਨਾਲ ਇੱਕ ਦੂਜੇ ਦਾ ਸਤਿਕਾਰ ਕਰਦਾ ਹੈ, ਓਨਾ ਹੀ ਬਾਬਾ ਜੀ ਕਹਿੰਦੇ ਸੀ ਝੋਲੀਆਂ ਭਰਦਾ। ਜਿਵੇਂ ਜਿਹੜੀ ਸੇਵਾ ਹੈ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗਾ ਆਏ। ਗੁਰੂ ਦੀ ਸੇਵਾ ਨਾਲ ਇੱਥੇ ਸੁੱਖ ਉਪਜਦੇ ਆ, ਸੁੱਖ। ਉੱਥੇ ਦੁੱਖ ਨਹੀਂ ਨੇੜੇ ਆਉਂਦੇ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਸ ਨਾ ਬਸਾਏ। ਹਰ ਸੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ। ਨਾਨਕ ਹਉ ਬਲਿਹਾਰੀ ਤੈਨ ਕੋ, ਜੋ ਚੱਲਣ ਸਤਿਗੁਰ ਭਾਏ। ਗੁਰੂ ਨਾਨਕ ਕਿਹਦੇ ਤੇ ਬਲਿਹਾਰ ਹੈ? ਬਾਬਾ ਜੀ ਕਿਰਪਾ ਕਰਦੇ ਸੀ ਜਿਹੜੇ ਉਹਨਾਂ ਦੇ ਹੁਕਮ ਵਿੱਚ ਚੱਲਦੇ ਆ, ਉਹਨਾਂ ਦੇ ਭਾਣੇ ਵਿੱਚ ਚੱਲਦੇ ਆ। ਗੁਰੂ ਨਾਨਕ ਜੀ ਕਿਤੇ ਗਏ ਨਹੀਂ, ਉਹ ਤਾਂ ਇੱਥੇ ਹੀ ਹੈ। ਸਰਦਾ ਵਾਲਿਆਂ ਦੇ, ਭਾਵਨਾ ਵਾਲਿਆਂ ਦੇ ਬੇੜੇ ਪਾਰ ਕਰਦੇ ਆ, ਉਹਨਾਂ ਤੇ ਮਿਹਰਾਂ ਦੀ ਨਜ਼ਰ ਕਰਦੇ ਆ। ਬਾਬਾ ਜੀ ਹੱਥ ਕਰਕੇ ਕਹਿੰਦੇ ਸੀ ਸੱਚਖੰਡ ਵੱਲ, ਕਹਿੰਦੇ ਸੀ ਆ ਜਿਹੜਾ ਨਕਸ਼ਾ ਨਾ ਸੱਚਖੰਡ ਦਾ, ਆਪਣੇ ਅੰਦਰ ਇਹਦਾ ਫੋਟੋ ਖਿੱਚ ਲਓ, ਫੋਟੋ। ਐਂ ਕਿਰਪਾ ਕਰਦੇ ਸੀ। ਹੁਣ ਤਾਂ ਐਸੀ ਕਿਰਪਾ ਹੋ ਗਈ ਸਾਰਿਆਂ ਕੋਲ ਆ, ਬਨੌਟੀ ਜੇ ਬਟੂਏ ਆ ਗਏ ਉਹ ਸਾਰੇ ਖਿੱਚ ਲੈਂਦੇ ਆ। ਉਦੋਂ ਬਾਬਾ ਜੀ ਕਹਿੰਦੇ ਸੀ ਆਪਣੀਆਂ ਅੱਖਾਂ ਦੇ ਨਾਲ ਆਪਣੇ ਹਿਰਦੇ ਵਿੱਚ ਫੋਟੋ ਖਿੱਚ ਲਓ। ਜਿੱਥੇ ਵੀ ਕਿਤੇ ਜਾਵੋ, ਕਿਤੇ ਤੁਹਾਨੂੰ ਔਕੜ ਪੈ ਜਾਵੇ, ਉੱਥੇ ਸੱਚੇ ਹਿਰਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਇਹ ਸੱਚਖੰਡ ਦਾ ਧਿਆਨ ਧਰ ਕੇ ਅਰਦਾਸ ਕਰੋ, ਬਾਬਾ ਜੀ ਸਾਡੇ ਤੇ ਮਿਹਰ ਕਰ ਦਿਓ, ਅਸੀਂ ਤੁਹਾਡੇ ਬਣੇ ਆ ਤੇ ਬਣੇ ਰਹੀਏ। ਆ ਬਾਬਾ ਜੀ ਕਿਰਪਾ ਕਰਦੇ ਸੀ। ਤੇ ਇਸ ਤਰ੍ਹਾਂ ਭਾਈ ਬਾਬਾ ਜੀ ਦਾ ਕੇਰਾ ਬਚਨ ਆ ਆਪਣੇ ਜਗਰਾਵੀ ਬਾਬਾ ਆਨੰਦ ਸਿੰਘ ਜੀ ਮਹਾਰਾਜ
ਕੋਈ ਸੰਗੀ ਸੀ ਆਪਣੇ ਬੇਰੀਆਂ ਦੇ ਵੱਜਦੇ ਸੀਗੇ, ਉਹਨਾਂ ਦਾ ਕਾਰਖਾਨਾ ਵੀ ਸੀ ਬਰਫ਼ ਦਾ। ਉਹਨਾਂ ਨੇ ਦੱਸਿਆ ਵੀ ਖੰਡ ਪਾਠ ਕਰਾਇਆ, ਬਾਬਾ ਜੀ ਨੂੰ ਬੇਨਤੀ ਕਰਕੇ ਘਰੇ ਲੈ ਕੇ ਗਏ। ਕਿਉਂ ਬਾਬਾ ਜੀ ਉਹਨਾਂ ਦੇ ਕਾਰਖਾਨੇ ਵਿੱਚ ਵੀ ਉਹ ਭੋਰਾ ਬਣਿਆ ਸੀ ਜਿੱਥੇ ਸਿੱਲੀਆਂ ਰੱਖਦੇ ਸੀ ਬਰਫ਼ ਦੀਆਂ। ਬਾਬਾ ਜੀ ਉੱਥੇ ਜਾ ਕੇ ਵੀ ਬਹਿ ਜਾਂਦੇ ਸੀ ਗਰਮੀਆਂ 'ਚ। ਤੇ ਜਦੋਂ ਬਾਬਾ ਜੀ ਗਏ, ਹੁਣ ਵੱਡਾ ਸਰੀਰ ਸੀ ਤੇ ਬਾਬਾ ਜੀ ਬੈਠੇ ਆ। ਹੁਕਮਨਾਮਾ ਬੜਾ ਪਿਆਰ ਦਾ ਆਇਆ ਤੇ ਬਾਬਾ ਜੀ ਬਚਨ ਕਰਨ ਲੱਗੇ। ਬਾਬਾ ਜੀ ਕਹਿੰਦੇ ਬਈ ਜੇ ਗੁਰੂ ਨਾਨਕ ਖੁਸ਼ ਹੋਣ, ਮੇਰਾ ਗੁਰੂ ਨਾਨਕ ਖੁਸ਼ ਹੋਵੇ, ਐਂ ਵੀ ਬਚਨ ਕਹਿੰਦੇ ਸੀ, ਤਾਂ ਫਿਰ ਘਰ ਵਾਲੇ ਉਹ ਤੋਂ ਕੀ ਮੰਗਣ। ਹੁਣ ਬਾਬਾ ਜੀ ਜਵਾਬ ਮੰਗਦੇ ਸੀ, ਜਵਾਬ ਕੌਣ ਦੇਵੇ। ਫਿਰ ਕਿਸੇ ਸੰਗੀ ਨੇ ਉੱਠ ਕੇ ਕਿਹਾ, ਬਾਬਾ ਜੀ ਆਪ ਹੀ ਕਿਰਪਾ ਕਰੋ ਮਹਾਰਾਜ, ਸਾਨੂੰ ਲਵਗ ਜੀਵਾਂ ਨੂੰ ਕੀ ਪਤਾ ਹੈ। ਬਾਬਾ ਜੀ ਕਹਿਣ ਲੱਗੇ, ਹਾਂ ਬਈ ਇਸ ਕਈ ਬੰਦੇ ਉੱਥੇ ਬੈਠੇ ਸੀ ਇਸ ਕਿਸਮ ਦੇ ਵੀ, ਉਹ ਬਾਬਾ ਜੀ ਵੱਲ ਵੇਖੀ ਜਾਣ, ਬਈ ਵਧੀਆ ਆਸਣ ਲੱਗਿਆ ਵਾ, ਸ਼ਾਇਦ ਕਿਤੇ ਆਪ ਨੂੰ ਨਾ ਗੁਰੂ ਨਾਨਕ ਕਹਿੰਦੇ ਹੋਣ। ਇਹ ਉਹਨਾਂ ਦੀ ਦ੍ਰਿਸ਼ਟੀ ਸੀ। ਤੇ ਬਾਬਾ ਜੀ ਕਹਿਣ ਲੱਗੇ, ਹਾਂ ਬਈ ਇਸ ਘਰ ਦੇ ਵਿੱਚ 3 ਦਿਨ ਤੋਂ ਬਾਣੀ ਦਾ ਪ੍ਰਵਾਹ ਚੱਲਿਆ, ਗੁਰੂ ਨਾਨਕ ਨੇ ਮਿਹਰਾਂ ਕੀਤੀਆਂ, ਹੁਣ ਖੁਸ਼ੀ ਦਾ ਹੁਕਮਨਾਮਾ ਬਖਸ਼ਿਆ। ਹੁਣ ਘਰ ਵਾਲਿਆਂ ਨੇ ਕੀ ਮੰਗਣਾ ਹੈ, ਕਿ ਪੁੱਤਰ ਧੀਆਂ ਮੰਗ ਲਈਏ ਜਾਂ ਮਾਇਆ ਮੰਗ ਲਈਏ, ਕੀ ਮੰਗਣਾ। ਦੇਖੋ ਆਪ ਹੀ ਰਸਤਾ ਦੱਸਦੇ ਆ। ਫਿਰ ਕਹਿਣ ਲੱਗੇ, ਬਈ ਅੱਜ ਮੇਰਾ ਗੁਰੂ ਨਾਨਕ ਖੁਸ਼ ਹੈ, ਅਸੀਂ ਇਹ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਬਾਬਾ ਜੀ ਜੇ ਤੁਸੀਂ ਅੱਜ ਪ੍ਰਸੰਨਤਾ ਦੀ ਮਿਹਰ ਦੀ ਨਜ਼ਰ ਵਿੱਚ ਆਏ ਹੋ ਤਾਂ ਸਾਡੇ ਪਰਿਵਾਰ 'ਤੇ ਇਹ ਕਿਰਪਾ ਕਰ ਦਿਓ, ਅਸੀਂ ਸਾਰਾ ਪਰਿਵਾਰ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਜ਼ਿੰਦਗੀ ਤੀਕਰ ਬਾਬਾ ਜੀ ਤੁਹਾਡੇ ਚਰਨਾਂ ਤੋਂ ਦੂਰ ਨਾ ਹੋਈਏ। ਜਦੋਂ ਚਰਨਾਂ ਨਾਲ ਜੁੜ ਗਏ, ਬਾਕੀ ਦਾਤਾਂ ਤਾਂ ਮਗਰ ਲੱਗ ਕੇ ਆ ਜਾਣਗੀਆਂ। ਆਹ ਬਚਨ ਕੀਤਾ ਬਾਬਾ ਜੀ ਨੇ ਉੱਤੇ। ਸਾਰੇ ਫਿਰ ਮੱਥੇ ਟੇਕਣ। ਬਈ ਮਹਾਂਪੁਰਸ਼ਾਂ ਨੇ ਬੜਾ ਸੋਹਣਾ ਵਚਨ ਕਿਹਾ। ਬਾਬਾ ਜੀ ਕਹਿੰਦੇ ਸੀ ਮੇਰਾ ਮਾਲਕ ਦੂਰ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਕੇ ਕਹਿੰਦੇ ਸੀ, ਜਿਸ ਕੀ ਬਾਣੀ ਤਿਸ ਮੈਂ ਸਮਾਣੀ। ਉਹ ਬਾਣੀ ਵਿੱਚ ਸਮਾਏ ਆ ਤੇ ਵਰਤਣਗੇ ਕਿਹਦੇ ਰਾਹੀਂ। ਕੋਈ ਲੋਭੀ ਲਾਲਚੀ ਜੀਵਨ ਤੋਂ ਗਿਰੇ ਹੋਏ ਉਹਨਾਂ ਰਾਹੀਂ ਨਹੀਂ ਵਰਤਣਗੇ। ਕਿਹਦੇ ਰਾਹੀਂ ਵਰਤਣਗੇ। ਨਾਨਕ ਗੋਬਿੰਦ ਵਰਤਦਾ ਪ੍ਰਗਟ ਸੰਤ ਜਨਾ। ਸੰਤ ਹੋਵੇ ਸਵਾਦੂ ਨਾ ਹੋਵੇ। ਪਰ ਸਾਨੂੰ ਵੀ ਇੱਥੇ ਥੋੜਾ ਜਿਹਾ ਕਿਹਾ ਗਿਆ ਇਹ ਸੰਤ ਬਣਦੇ ਆ। ਮੈਂ ਨਹੀਂ ਸੰਤ ਬਣਦਾ, ਪਰ ਲੋਕ ਧੱਕੇ ਨਾਲ ਬਣਾਉਂਦੇ ਆ। ਅਸੀਂ ਤਾਂ ਸੇਵਾਦਾਰ ਹੀ ਆ ਬਾਬਾ ਜੀ ਦੇ। ਪਰ ਜਦੋਂ ਬਾਬਾ ਜੀ ਨੇ ਸਾਨੂੰ ਡਿਊਟੀ ਇਹ ਲਾ ਦਿੱਤੀ, ਮੱਲੋ ਮੱਲੀ ਉਹ ਆਵਾਜ਼ ਨਿਕਲਦੀ ਆ ਮੂੰਹ ਚੋਂ। ਅਸੀਂ ਕੋਈ ਬੰਦਾ ਕਹੇ, ਮੈਂ ਕਿਸੇ ਨੂੰ ਕਿਹਾ ਹੋਵੇ ਮੈਨੂੰ ਸੰਤ ਕਹੋ, ਪਰ ਸੰਤ ਦੀ ਇੱਕ ਮਰਜ਼ਾਦਾ ਹੁੰਦੀ ਹੈ। ਕਿਹਨੂੰ ਕਿਹਾ। ਜਿਹਨੇ ਜਦੋਂ ਤੋਂ ਮਾਂ ਦੇ ਪੇਟ ਤੋਂ ਜਨਮ ਲੈ ਲਿਆ, ਇੱਕ ਦਿਨ ਵੀ ਮੰਦੇ ਪੈਰ ਨਹੀਂ ਰੱਖਿਆ, ਉਹਨੂੰ ਬਾਬਾ ਜੀ ਨੇ ਸੰਤ ਕਿਹਾ। ਉਹਨਾਂ ਨੂੰ ਕਿਹਾ। ਆ ਬੈਠੇ ਆ ਮਾਲਕ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਐਡਾ ਵੱਡਾ ਪਰਿਵਾਰ
ਵਰਲਡ ਵਿੱਚ ਨਾ ਥਾਂ ਥਾਂ ਸੰਗੀ ਬੈਠੇ ਐ, ਬਾਬਾ ਜੀ ਦੀ ਜੈ ਜੈਕਾਰ ਕਰ ਰਹੇ ਐ, ਦੇਸਾਂ ਵਿਦੇਸਾਂ 'ਚ ਬੈਠੇ ਸੁਣ ਰਹੇ ਐ। ਕਿਉਂ ਨਾ ਸੁਣਨ? ਇਹ ਕਲਯੁਗ ਦਾ ਰਾਜ ਹੈ। ਇਹਦੇ ਵਿੱਚ ਪਹਿਰਾ ਕਿਹਦਾ ਹੈ? ਪਹਿਰਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਉਹ ਵਰਤਦੇ ਕਿਹਦੇ ਰਾਹੀਂ ਹੈ? ਆਪਣੇ ਪਿਆਰਿਆਂ ਰਾਹੀਂ ਵਰਤਦੇ ਹੈ। ਸਭ ਤੇ ਹੈ ਕਿਰਪਾ ਤੇਰੀ, ਕਿਸੇ ਥੋੜੀ ਕਿਸੇ ਘਨੇਰੀ। ਇਸ ਲਈ ਗੁਰਮੁਖ ਪਿਆਰਿਓ, ਇਹ ਬਾਬਾ ਜੀ ਦਾ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਕੱਲ੍ਹ ਨੂੰ ਉਹਨਾਂ ਦੇ ਜਿਹੜਾ ਆਪਣਾ ਨਗਰ ਕੀਰਤਨ ਹੋਣਾ 10:30 ਵਜੇ। ਸੰਗਤਾਂ ਕਈਆਂ ਚਲੀ ਵੀ ਗਈਆਂ, ਕਈਆਂ ਨੇ ਜਾਣਾ ਵੀ ਹੈ, ਸਵੇਰੇ ਫੇਰ ਆਉਂਦੇ ਹੈ। ਇਹ ਇਲਾਕੇ ਵਾਲੀਆਂ ਸੰਗਤਾਂ, ਬਹੁਤ ਵੱਡੀ ਮਹਾਨ ਸੇਵਾ ਹੈ ਉਹਨਾਂ ਦੀ। 3-3 ਟਾਈਮ ਪ੍ਰਸਾਦਾ ਬਣਾ ਕੇ ਲਿਆਉਂਦੇ ਆ, 3-3 ਟਾਈਮ। ਮਾਈਆਂ 2-2 ਵਜੇ 1-1 ਵਜੇ ਉੱਠ ਕੱਢਦੀਆਂ, ਫਿਰ ਇਸ਼ਨਾਨ ਪਾਣੀ ਕਰਕੇ ਪ੍ਰਸਾਦੇ ਬਣਾਉਣੇ, ਦੋੜਾਂ ਬਣਾਉਣੀਆਂ, ਦਹੀਂ ਵਧਾਉਣੇ, ਮੱਖਣ ਕੱਢਣੇ। ਬਹੁਤ ਵੱਡੀ ਸੇਵਾ ਹੈ। ਇਸ ਤਰ੍ਹਾਂ ਭਾਈ ਭਾਗਾਂ ਵਾਲਿਓ, ਅਸੀਂ ਹੁਣ ਸਮਾਪਤੀ ਕਰਦੇ ਹਾਂ। ਸਾਡੇ ਜਿੰਨੇ ਵੀ ਸਤਿਕਾਰਯੋਗ ਰਾਗੀ ਸਿੰਘ ਆਏ ਆ, ਉਹਨਾਂ ਨੇ ਟਾਈਮ ਲਾਉਣਾ। ਅਸਲੀ ਗੱਲ ਸੀ ਵੀ ਅਸੀਂ ਤਾਂ ਚਾਹੁੰਦੇ ਸੀ ਰਾਗੀ ਸਿੰਘ ਹੀ ਅੱਜ ਲਾਉਣ। ਫਿਰ ਸਾਨੂੰ ਇਹ ਸਾਡੇ ਜਿਹੜੇ ਸੈਕਟਰੀ ਸਾਹਿਬ ਹੈ, ਇਹ ਫਿਰ ਸਾਨੂੰ ਜਾ ਕੇ ਕਹਿੰਦੇ ਆ, ਤੁਸੀਂ ਆਏ ਕਿਉਂ ਨਹੀਂ? ਤੁਸੀਂ ਆਉਣਾ ਸੀ, ਕਦੋਂ ਮਰਜ਼ੀ ਟਾਈਮ ਲਾ ਲੈਂਦੇ। ਆਪਣੇ ਆਪਣੇ ਸਰੀਰਾਂ ਦਾ ਹਿਸਾਬ ਹੁੰਦਾ। ਉਮਰ ਵੀ 74 ਸਾਲ ਦੀ ਹੋ ਗਈ, ਤੇ ਇਹ ਤਾਂ ਬਾਬਿਆਂ ਨੂੰ ਪਤਾ ਹੈ ਬਈ ਕਿੰਨੇ ਕੁ ਸਾਹ ਦੇਣੇ ਆ, 2.5 ਦੇਣੇ ਆ ਕਿ ਵੱਧ ਦੇਣੇ ਆ। ਇਹ ਤਾਂ ਉਹਨਾਂ ਦੇ ਹੱਥ ਵਿੱਚ ਹੈ, ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਹੈ। ਤੇ ਇਸ ਤਰ੍ਹਾਂ ਭਾਈ, ਫਿਰ ਇਹਨਾਂ ਤੋਂ ਵੀ ਸਾਨੂੰ ਡਰ ਲੱਗਦਾ ਹੈ। ਫਿਰ ਕਹਿੰਦੇ ਆ ਜੀ ਤੁਸੀਂ ਆਏ ਨਹੀਂ ਕਿਉਂ? ਪਰ ਅਸੀਂ ਜਦੋਂ ਆਉਨੇ ਆ, ਇਹਨਾਂ ਨੂੰ ਪੁੱਛ ਕੇ ਆਉਨੇ ਆ। ਅਸੀਂ ਪਹਿਲਾਂ ਆ ਕੇ ਬਹਿ ਗਏ, ਕੀਰਤਨ ਸੁਣ ਲਿਆ, ਪਰ ਇਹਨਾਂ ਦਾ ਹੁਕਮ 10 ਵਜੇ ਦਾ ਹੀ ਸੀ। ਇਹ ਵੀ ਹੁਕਮ ਦੇ ਵਜੇ ਆਉਂਦੇ ਆ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਜਦੋਂ ਇਹਨਾਂ ਦੇ ਘਰ ਗਏ, ਦੇਸੀ ਘਿਓ ਦੇ ਲੱਡੂ ਵੱਟੇ ਸਾਰੇ ਟੱਬਰ ਨੇ, ਨਾਲੇ ਬਾਬਾ ਜੀ ਉੱਤੇ ਰਹੇ। ਬਾਬਾ ਜੀ ਨੇ, ਬਾਬਾ ਜੀ ਕੀ ਚੀਜ਼ ਸੀ? ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਗੁਰੂ ਨੇ ਕਿਹਦਾ ਨਾਮ ਦ੍ਰਿੜਾਇਆ? ਸਤਿਗੁਰੂ ਦਾ। ਬਾਣੀ ਹੈ, ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਬਾਬਾ ਜੀ ਕਿਰਪਾ ਕਰਦੇ ਸੀ। ਜਿਹੜੇ ਬਾਬਾ ਜੀ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਨੂੰ ਕੋਈ ਤੋੜਨ ਵਾਲਾ ਨਹੀਂ ਜੰਮਿਆ। ਕਲਯੁਗ ਬੜਾ ਜ਼ੋਰ ਲਾਉਂਦਾ, ਪਰ ਨਹੀਂ, ਉਹ ਬਾਬਾ ਜੀ ਦੇ ਕਿਰਪਾ ਕੀਤੀ ਹੋਈ ਹੈ। ਬਾਬਾ ਜੀ ਦੇ ਤੀਰ ਮਾਰੇ ਹੋਏ ਆ ਪਿਆਰ ਦੇ ਉਹਨਾਂ ਦੇ। ਤੇ ਇਸ ਲਈ ਭਾਈ ਸਾਰੇ ਭਾਗਾਂ ਵਾਲਿਓ, ਸਾਡੇ ਸੈਕਟਰੀ ਨਰਾਇਣ ਸਿੰਘ ਜੀ ਤੇ ਹਰਵਿੰਦਰ ਸਿੰਘ ਜੀ ਮੁਜ਼ੱਫਰਨਗਰ ਤੋਂ ਆਉਂਦੇ ਆ। ਤੇ ਉਹਨਾਂ ਦਾ ਇਹ ਭਾਈ, ਜਿਵੇਂ ਉਹਨਾਂ ਨੇ ਪ੍ਰੋਗਰਾਮ ਉਹ ਚਲਾ ਰਹੇ ਆ, ਅਸੀਂ ਤਾਂ ਜਿਵੇਂ ਇਸ ਘਰ ਦੇ ਸੇਵਾਦਾਰ ਹੈ, ਜਿਵੇਂ ਬਾਬਾ ਜੀ ਚਲਾਉਂਦੇ ਆ ਉਵੇਂ ਚੱਲਣਾ। ਸਾਨੂੰ ਕੋਈ ਆਪਣੇ ਆਪ 'ਤੇ ਵੀ ਮਾਣ ਨਹੀਂ। ਜੋ ਬਾਬਾ ਜੀ ਬੁਲਾਉਂਦੇ ਆ ਉਹ ਬੋਲਦੇ ਆ, ਉਹ ਮੇਰਾ ਮਾਲਕ ਬੁਲਾਉਂਦਾ ਹੈ। ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਉਹ ਇੱਥੇ ਤੱਕ ਬਚਨ ਕਰਦੇ ਸੀ, ਜੇ ਮੈਂ ਆਪਣਾ ਆਪ ਪਿੰਜ ਕੇ ਕੰਧ ਨਾ ਲਾ ਦਿਆਂ ਨਾ, ਮੈਂ ਬਾਬਾ ਈਸਰ ਸਿੰਘ ਜੀ ਦਾ ਦੇਣ ਨਹੀਂ ਦੇ ਸਕਦਾ।
ਕਿਉਂ ਏਡੀ ਮਹਾਨ ਸੇਵਾ, 24 ਕਿਲੋਮੀਟਰ ਜਾਣਾ, 24 ਕਿਲੋਮੀਟਰ ਆਉਣਾ, ਗਾਗਰ ਦੀ ਸੇਵਾ ਕਿਤੇ ਛੋਟੀ ਜੀ ਗੱਲ ਹੈ। 7 ਸਾਲ ਗਾਗਰ ਦੀ ਸੇਵਾ ਕੀਤੀ ਬਾਬਾ ਜੀ ਨੇ, ਕੋਈ ਖਾਲੀ ਨਹੀਂ ਜਾ ਸਕਦਾ। ਆ ਹੁਣ ਅਸੀਂ ਸ਼ੁਰੂ ਕੀਤਾ ਹੈ ਬਾਬਾ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਉਹਨਾਂ ਨੂੰ ਸਮਰਪਿਤ ਨਗਰ ਕੀਰਤਨ ਆਪਣਾ ਫਰਵਰੀ 'ਚ ਹੁੰਦਾ ਹੈ। ਮਾਈ ਭਾਈ ਸੰਗਤਾਂ ਸਭ ਤੁਰ ਕੇ ਆਉਂਦੀਆਂ ਉੱਥੋਂ ਗੁਰੂ ਸਾਹਿਬ ਦੇ ਨਾਲ ਇੱਥੇ ਤੱਕਰ 13 ਮੰਜ਼ਲੇ ਸਥਾਨ ਤੋਂ ਨਾਨਕਸਰ ਪਹੁੰਚਦੇ ਆ। ਉੱਥੇ ਸਾਡੇ ਬਾਬਾ ਕਰਨੈਲ ਸਿੰਘ ਜੀ ਉਹ ਉੱਥੇ ਹੈ। ਜੇ ਉਹਨਾਂ ਨੂੰ ਅਸੀਂ ਇਉਂ ਕਹਿ ਦਈਏ ਗੁੱਸੇ ਹੋ ਜਾਂਦੇ ਆ, ਕਿਉਂ ਮੈਂ ਆਖਿਆ ਵੀ ਚਲੋ ਆਏ ਨਾ ਸਮਝੋ ਤਾਂ ਫਿਰ ਊਂ ਤਾਂ ਤੁਹਾਡੀ 80-83 ਸਾਲ ਦੀ ਉਮਰ ਹੋ ਗਈ। ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਉਹਨਾਂ ਤੇ ਮਿਹਰ ਕੀਤੀ ਹੋਈ ਹੈ। ਆ ਜਿਹੜੀਆਂ ਟਾਹਲੀਆਂ ਸੀ ਵੱਡੀਆਂ ਵੱਡੀਆਂ ਪੁਰਾਣੇ ਸੰਗੀਆਂ ਨੂੰ ਪਤਾ ਹੈ, ਆਪਣੇ 13 ਮੰਜ਼ਲੇ ਸਥਾਨ ਤੋਂ ਦਮਦਮੇ ਤਿੱਕਰ ਹੁੰਦੀਆਂ ਸੀ। ਤੇ ਬਾਬਾ ਜੀ ਦਾ ਹੁਕਮ ਸੀ ਵੀ ਇਹਨਾਂ ਦੇ 'ਚ ਪਾਣੀ ਪਾਉਣਾ ਹੈ। ਉਹ ਇੰਨੀਆਂ ਮੋਟੀਆਂ ਹੋ ਕੇ ਵੱਡੀਆਂ ਵੀ ਗਈਆਂ ਤੇ ਉਹਨਾਂ ਦੀਆਂ ਜੋੜੀਆਂ ਵੀ ਲੱਗੀਆਂ ਤੇ ਬਾਬਾ ਜੀ ਦੇ ਚਰਨਾਂ ਵਿੱਚ 60 ਦੇ ਆਏ ਹੋਏ ਆ, ਸਾਰੀ ਜ਼ਿੰਦਗੀ ਲਾ ਦਿੱਤੀ। ਇਹ ਹੈ ਬਾਬਾ ਜੀ ਦੀ ਕਿਰਪਾ। ਤੇ ਇਸ ਤਰ੍ਹਾਂ ਭਾਈ ਕਿੰਨਿਆਂ ਦਾ ਨਾਂ ਲੈ ਦਈਏ। ਬਾਬਾ ਜੀ ਦਾ ਬਹੁਤ ਵੱਡਾ ਪਰਿਵਾਰ ਹੈ, ਜਿਹਨੇ ਵੀ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ ਹੈ। ਬਾਬਾ ਜੀ ਨੇ ਕਿਸੇ ਨੂੰ ਕੋਈ ਘਾਟਾ ਨਹੀਂ ਛੱਡਿਆ ਤੇ ਨਾ ਹੀ ਬਾਬਾ ਜੀ ਨੇ ਛੱਡਣਾ। ਆ ਦੁਨਿਆਵੀ ਚੀਜ਼ਾਂ ਦਾ ਵੀ ਨਹੀਂ ਤੇ ਪਰਮਾਰਥ ਦਾ ਵੀ ਨਹੀਂ। ਇਸ ਤਰ੍ਹਾਂ ਭਾਈ ਅੱਜ ਬਾਬਾ ਜੀ ਦਾ ਐਡਾ ਸ਼ਾਂਤੀਪੂਰਵ ਪ੍ਰੋਗਰਾਮ, ਪਾਠੀ ਸਿੰਘ ਇੰਨੇ ਖੁਸ਼ ਹੈ, ਸਭ ਪਦਾਰਥ ਬੇਅੰਤ ਆ ਰਹੇ ਹੈ, ਕਿਸੇ ਚੀਜ਼ ਦਾ ਕੋਈ ਵੀ ਘਾਟਾ ਨਹੀਂ। ਜਿਵੇਂ ਬਾਬਾ ਜੀ ਕਹਿੰਦੇ ਸੀ ਕਿ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ, ਤੇ ਇੱਥੇ ਪੱਕੀਆਂ ਪਕਾਈਆਂ ਆਉਂਦੀਆਂ ਭਾਈ। ਸਾਰੇ 37 ਤਰ੍ਹਾਂ ਦੇ ਪਦਾਰਥ ਆਉਂਦੇ ਆ। ਸਾਰੀਆਂ ਸੰਗਤਾਂ ਭਾਗਾਂ ਵਾਲਿਓ ਕੱਲ੍ਹ ਨੂੰ ਸ਼ਾਮ ਨੂੰ ਭੋਗ ਪੈਣਗੇ। ਪਹਿਲਾਂ 10 ਵਜੇ ਨਗਰ ਕੀਰਤਨ, 10:30 ਵਜੇ ਸ਼ੁਰੂ ਹੋਵੇਗਾ। ਸਭ ਸੰਗਤਾਂ ਨੇ, ਕਿਉਂ ਅੱਜ ਘਰਾਂ ਵਿੱਚ ਸਾਰੇ ਸੁਣਦੇ ਆ, ਸਭ ਨੇ ਸਦੇਹਾ ਆਉਣ ਦੀ ਕੋਸ਼ਿਸ਼ ਕਰਨੀ ਹੈ। ਟਾਈਮ ਨਾਲ ਆਈਏ ਤਾਂ ਬਾਹਲਾ ਵਧੀਆ ਹੁੰਦਾ ਹੈ। ਤੇ ਇਸ ਤਰ੍ਹਾਂ ਭਾਗਾਂ ਵਾਲਿਓ ਹੁਣ ਤਾਂ ਬਾਬਾ ਜੀ ਨੇ ਐਡੀ ਕਿਰਪਾ ਕੀਤੀ ਹੈ, ਘਰ ਘਰ ਵਿੱਚ ਗੱਡੀਆਂ ਕਾਰਾਂ ਦਿੱਤੀਆਂ, ਅਸਵਾਰੀਆਂ ਦਿੱਤੀਆਂ। ਜੇ ਬਾਬਿਆਂ ਨੇ ਆਪਾਂ ਨੂੰ ਇੰਨੀਆਂ ਦਾਤਾਂ ਬਖਸ਼ੀਆਂ ਤੇ ਆਪਾਂ ਆਉਣਾ ਵੀ ਵੱਧ ਚੜ੍ਹ ਕੇ ਆ। ਤੇ ਇਸ ਤਰ੍ਹਾਂ ਭਾਈ ਸਾਰੇ ਭਾਗਾਂ ਵਾਲਿਓ ਅਸੀਂ ਹੁਣ ਸਮਾਪਤੀ ਕਰਦੇ ਹਾਂ। ਜਿੰਨੀਆਂ ਵੀ ਸੰਗਤਾਂ ਇੱਥੇ ਆਏ ਹੋ, ਬਾਬਾ ਜੀ ਦੇ ਵਿੱਚ ਕਿਹੜੇ ਗੁਣ ਸੀ? ਗੁਣ ਕਿਹੜੇ ਸੀ? ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਅੱਜ ਤਾਂ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦੀ ਵਡਿਆਈ ਹੋ ਰਹੀ ਹੈ, ਉਹਨਾਂ ਦੇ ਮਾਲਕ ਕਰਾ ਰਹੇ ਹੈ ਤੇ ਸੰਗਤਾਂ ਕਰ ਰਹੀਆਂ। ਜਿਹੜੇ ਕਰਦੇ ਆ ਉਹਨਾਂ ਦੇ ਪੁੰਨ ਵੱਧਦੇ ਆ। ਤੇ ਇਸ ਤਰ੍ਹਾਂ ਭਾਗਾਂ ਵਾਲਿਓ ਅਸੀਂ ਹੁਣ ਸਮਾਪਤੀ ਕਰਦੇ ਹਾਂ। ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਥਾਂ ਦੇਵਾਂਗੇ, ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ